ਕੋਰੋਨਾ ਮਹਾਮਾਰੀ ਦੇ ਨਵੇਂ ਵੇਰੀਐਂਟ ਦੇ ਖਤਰੇ ਨੂੰ ਦੇਖਦੇ ਹੋਏ ਜਿੱਥੇ ਵਿਸ਼ਵ ਭਰ 'ਚ ਦੇਸ਼ ਚਿੰਤਾ ਵਿੱਚ ਨਜ਼ਰ ਆ ਰਹੇ ਹਨ, ਉੱਥੇ ਇਸ ਖਤਰੇ ਨੂੰ ਦੇਖਦੇ ਹੋਏ ਜ਼ਿਲ੍ਹਾ ਪੱਧਰ ਤੇ ਵੀ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਨੂੰ ਲੈ ਕੇ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਮੌਕ ਡਰਿਲ ਕਰਕੇ ਕੋਰੋਨਾ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਨੋਡਲ ਅਫਸਰ ਵੱਲੋਂ ਪ੍ਰਬੰਧ ਮੁਕੰਮਲ ਹੋਣ ਦੇ ਦਾਅਵੇ ਕੀਤੇ ਗਏ ਹਨ। ਉਹਨਾਂ ਦਾ ਕਹਿਣਾ ਹੈ ਕਿ 2 ਵਾਰਡ ਬਣਾਏ ਗਏ ਹਨ, ਜਿਸ ਵਿੱਚ ਆਈਸੋਲੇਸ਼ਨ ਅਤੇ ICU ਸ਼ਾਮਲ ਹਨ, ਜਿਸ ਵਿੱਚ 180 ਬੈੱਡ ਤੇ 48 ਵੈਂਟੀਲੇਟਰ ਮੌਜੂਦ ਹਨ। ਇਸ ਤੋਂ ਇਲਾਵਾ N95 ਦੇ ਮਾਸਕ ਅਤੇ PP ਕਿੱਟਾਂ ਆਦਿ ਦਾ ਪੂਰਾ ਸਟਾਕ ਰੱਖਿਆ ਗਿਆ ਹੈ। ਸਰਕਾਰ ਵੱਲੋਂ ਕਰਾਈ ਗਈ ਹੈ ਤਾਂ ਕਿ ਪ੍ਰਪੇਅਰਡਨੈਸ ਚੈੱਕ ਹੋ ਸਕੇ ਕਿ ਜਿਹੜੇ ਵੀ ਕੋਵਿਡ ਸੈਂਟਰ ਨੇ ਸਾਰਾ ਜਿਹੜਾ ਇਕਵਿਪਮੈਂਟ ਹੈਗਾ ਉਹ ਲੌਜਿਸਟਿਕਸ ਹੈਗੇ ਹੈ ਕਿ ਹਿਊਮਨ ਰਿਸੋਰਸਿਸ ਹੈ ਪ੍ਰਿਆਪਤ ਮਾਤਰਾ 'ਚ ਹੈ ਤੇ ਸਟੇਟ ਆਫ ਰੈਡੀਨੈਸ 'ਚ ਹੈ ਕਿ ਕਿਸੇ ਵੇਲੇ ਵੀ ਕੋਈ ਕੇਸ ਆ ਜਾਏ ਵੀ ਆਰ ਰੈਡੀ ਟੂ ਡੀਲ ਵਿਦ ਦੈਟ। ਸੋ ਮੇਨ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ, ਕਿੰਨੇ ਵੈਂਟੀਲੇਟਰ ਅਵੇਲੇਬਲ ਹੈਗੇ ਨੇ ਤੇ ਆਕਸੀਜਨ ਪਲਾਂਟ ਜਿਹੜਾ ਚੱਲ ਰਿਹਾ ਸੀ ਉਹ ਹੁਣ ਚੱਲ ਰਿਹਾ ਹੈ? ਹਾਂਜੀ ਦੇਖੋ ਇਸ ਵੇਲੇ ਜਿਹੜੇ ਹੈਗੇ ਸਾਡੇ 48 ਬੈੱਡ ਜਿਹੜੇ ਹੈਗੇ ਬਿਲਕੁਲ ਰੈਡੀ ਨੇ। 48 ਬੈੱਡ ਚੋਂ ਅਡਲਟ ICU ਤੁਸੀਂ ਖੜੇ ਹੋਏ ਇਸ ਵੇਲੇ, ਇੱਥੇ 16 ਬੈੱਡ ਨੇ ਜਿਹੜੇ ਕਿ ਸਾਰਿਆਂ ਦੇ ਨਾਲ ਵੈਂਟੀਲੇਟਰ ਲੱਗੇ ਹੋਏ ਨੇ। ਉਸ ਤੋਂ ਇਲਾਵਾ ਦੂਜੇ ਪਾਸੇ ਪੀਡੀਆਟ੍ਰਿਕ ਬੱਚਿਆਂ ਦਾ ICU ਹੈ ਜਿੱਥੇ 8 ਵੈਂਟੀਲੇਟਰ ਲੱਗੇ ਹੋਏ ਨੇ ਇਸ ਵੇਲੇ। ਉਸ ਤੋਂ ਇਲਾਵਾ ਲੈਵਲ 2 ਜਿਹਨੂੰ ਆਪਾਂ ਕਹਿੰਦੇ ਆ ਆਈਸੋਲੇਸ਼ਨ ਵਾਰਡ, ਉਹਦੇ ਸਾਡੇ ਕੋਲ 24 ਜਿਹੜੇ ਬੈੱਡ ਹੈਗੇ ਇਸ ਵੇਲੇ ਪ੍ਰਿਆਪਤ ਮਤਲਬ ਰੈਡੀ ਨੇ। ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਹੋਣਾ ਲਾਸਟ ਵਾਰੀ ਕੋਵਿਡ ਦੀ ਵੇਵ 'ਚ 170-173 ਪੇਸ਼ੈਂਟ ਆ ਗਏ ਸੀ। ਸੋ ਇਹੋ ਜਿਹੀ ਕੋਈ ਸਥਿਤੀ ਹੁੰਦੀ ਹੈ ਜਾਂ ਕੋਈ ਪੇਸ਼ੈਂਟ ਦਾ ਲੋਡ ਵੱਧਦਾ ਤੇ ਇਹ ਹਸਪੀਟਲ ਦਾ ਜਿਹੜਾ ਇਨਡੋਰ ਹੈ OPD ਹੈ ਉਹ ਦੂਜੀ ਸਰਕਾਰੀ ਸੰਸਥਾ 'ਚ ਸ਼ਿਫਟ ਹੋ ਜਾਂਦਾ ਹੈ ਜਿੱਦਾਂ ਲਾਸਟ ਟਾਈਮ ਹੋਇਆ ਸੀਗਾ। ਸੋ ਇਹੋ ਜਿਹਾ ਕੁਝ ਹੋਏਗਾ ਤਾਂ ਅਸੀਂ ਸਕੇਲ ਅਪ ਕਰਕੇ 180 ਤੱਕ ਲੈ ਕੇ ਜਾ ਸਕਦੇ ਹਾਂ ਜ਼ਰੂਰਤ ਪੈਣ ਦੇ ਅਨੁਸਾਰ। ਸਰ ਇੰਡੀਆ 'ਚ ਕੱਲ੍ਹ ਜਿੱਦਾਂ 5 ਮਾਮਲੇ ਵੀ ਆ ਚੁੱਕੇ ਨੇ, ਸੋ ਕਿਸ ਤਰ੍ਹਾਂ ਦੇ ਟੈਸਟ ਕਰਵਾਏ ਜਾ ਰਹੇ ਆ ਡੇਲੀ ਬੇਸਿਸ ਤੇ, ਕਿੰਨੇ ਟੈਸਟ ਹੋ ਰਹੇ ਆ? ਦੇਖੋ ਆਪਣੇ ਕੋਲ ਇਸ ਵੇਲੇ 2 ਤਰ੍ਹਾਂ ਦੇ ਟੈਸਟ ਹੋ ਰਹੇ ਆ ਜਿੱਦਾਂ ਤੁਸੀਂ ਪਹਿਲਾਂ ਹੀ ਜਾਣਦੇ ਹੋ। ਇੱਕ ਸਾਡੇ ਕੋਲ ਰੈਟ ਟੈਸਟ ਹੋ ਰਿਹਾ, RT-PCR ਸਾਡੇ ਕੋਲ ਹੋ ਰਿਹਾ ਹੈ ਨਾ। RT-PCR ਦੀ ਸਾਡੀ ਗੌਰਮੈਂਟ ਵੱਲੋਂ ਇੱਥੇ ਇੱਕ ਲੈਬ ਜਿਹੜੀ ਹੈਗੀ ਹੈ ਕਾਫੀ ਐਡਵਾਂਸ ਸਟੇਜ ਵਿੱਚ ਹੈ, ਜਿਹੜੀ ਕਿ ਇੱਥੇ ਟੈਸਟ ਸ਼ੁਰੂ ਹੋ ਜਾਣੇ ਨੇ ਵਿਦਿਨ ਦਿਸ ਵੀਕ ਓਨਲੀ ਉਮੀਦ ਹੈਗੀ ਹੈ। ਤੇ ਐਕ੍ਰੀਡੇਸ਼ਨ ਹੋ ਗਈ, ਹਾਲ ਦੀ ਕੜੀ ਸੈਂਪਲ ਜਿਹੜੇ ਪਟਿਆਲੇ ਜਾ ਰਹੇ ਨੇ RT-PCR ਦੇ। ਜਿਹੜੇ ਰੈਪਿਡ ਟੈਸਟ ਉਹ ਸਾਡੇ ਅੰਦਰ ਹੀ ਹੁੰਦੇ ਨੇ ਤੇ ਜਿਹਦੀ ਰਿਪੋਰਟ ਤਿਆਰ ਹੋ ਜਾਂਦੀ ਹੈ। ਸਰ ਲੋਕਾਂ ਨੂੰ ਕਿੱਦਾਂ ਦੀ ਅਪੀਲ ਹੈਗੀ ਹੈ, ਕਿਉਂਕਿ ਹਜੇ ਕੋਈ ਦਿਸ਼ਾ ਨਿਰਦੇਸ਼ ਜਾਰੀ ਹੋਏ ਨੇ ਉੱਪਰੋਂ ਸਰਕਾਰ ਵੱਲੋਂ, ਸਿਹਤ ਮਹਿਕਮੇ ਵੱਲੋਂ? ਦੇਖੋ ਲੋਕਾਂ ਨੂੰ ਤਾਂ ਇਹੀ ਅਪੀਲ ਹੈਗੀ ਕਿਸੇ ਨੂੰ ਖਾਂਸੀ ਜ਼ੁਕਾਮ ਬੁਖਾਰ ਹੋਏ ਜਾਂ ਜਿਹੜਾ ਕੋਈ ਫੋਰਨ ਕੰਟਰੀ ਤੋਂ ਵਿਜ਼ਿਟ ਕਰਕੇ ਆਇਆ ਹੈ ਨਾ, ਕੋਈ ਸਸਪੈਕਟਡ ਕੇਸ ਦੇ ਕੰਟੈਕਟ 'ਚ ਆਇਆ ਹੈ, ਉਹ ਜਿਹੜੇ ਹੈਗੇ ਫਟਾਫਟ ਹਸਪੀਟਲ ਆਪਣਾ ਆਉਣ, ਹਸਪੀਟਲ ਆ ਕੇ ਆਪਦਾ ਚੈੱਕਅਪ ਕਰਾਉਣ ਤੇ ਡਾਕਟਰਾਂ ਤੋਂ ਮੁਆਇਨਾ ਕਰਨ ਤੋਂ ਬਾਅਦ ਉਹ ਤੁਹਾਨੂੰ ਸਲਾਹ ਦੇਣਗੇ ਕਿ ਹੋਮ ਆਈਸੋਲੇਟ ਕਰਨ ਦੀ ਲੋੜ ਹੈ ਕਿ ਨਹੀਂ ਹੈਗੀ, ਹੈ ਨਾ। ਉਸ ਤੋਂ ਬਾਅਦ ਦੂਜੀ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਆਪਣੀ ਜਿਹੜੀ ਪ੍ਰੀਕਾਸ਼ਨ ਡੋਜ਼ ਇਹਨਾਂ ਨੇ ਨਹੀਂ ਲਵਾਈ ਹੋਈ ਵੈਕਸੀਨੇਸ਼ਨ ਜਿਹੜੀ ਹੈਗੀ ਹੈ ਉਹ ਕੰਪਲੀਟ ਕਰਨ, ਉਹਦੇ ਨਾਲ ਆਪਾਂ ਨੂੰ ਕਾਫੀ ਫਾਇਦਾ ਹੋ ਸਕਦਾ। ਵੈਕਸੀਨੇਸ਼ਨ ਦੇ ਸਰ ਲੁਧਿਆਣੇ 'ਚ ਰੋਜ਼ ਦੇ ਕਿੰਨੇ ਡੋਜ਼ ਹੁਣ ਤੱਕ ਲੱਗ ਰਹੀਆਂ ਨੇ, ਕਿਉਂਕਿ ਕਾਫੀ ਸਮੇਂ ਦੌਰਾਨ ਵਿੱਚ ਲੋਕਾਂ ਨੇ ਇਹਨੂੰ ਅਣਗੌਲਿਆ ਵੀ ਕਰਤਾ ਸੀਗਾ, ਔਰ ਹੁਣ ਦੁਆਰਾ ਕਿੰਨੀ ਕਿਸੇ ਤੇਜ਼ੀ ਆਈ ਹੈ ਜਾਂ ਆਪਾਂ ਕਿੰਨਾ ਚਾਹਾਂ? ਤੁਸੀਂ देखा ही है कि आंकड़े के हिसाब से इंडिया की काफ़ी वैक्सीनेशन फर्स्ट ते सैकेंड डोज तो काफ़ी अच्छी रही है, लेकिन बूस्टर डोज या प्रिकॉशन डोज जिन्होंने आप कहते हैं वो कुछ रिलेटिवली घट है ना। लेकिन जब आप देख रहे हैं कि प्रदेशों च केस वध रहे हैं, वो भी पिकअप कर गई है तो उम्मीद है कि जिदा लोगों ने होम आके ਵਿੱਚ ਲਿੱਤਾ ਸੀਗਾ ਰੋਲ ਪਲੇ ਕੀਤਾ ਸੀ, ਐਤਕੀ ਵੀ ਉਹ ਵੈਕਸੀਨੇਸ਼ਨ ਜ਼ਰੂਰ ਲਵਾਉਣਗੇ। ਨਵਾਂ ਵੇਰੀਐਂਟ ਆਇਆ ਹੈਗਾ, ਸੋ ਉਸ ਨੂੰ ਡਿਟੈਕਟ ਕਰਨ ਲਈ ਕਿੱਥੇ ਲੈਬ ਹੈਗੀ ਹੈ, ਸੋ ਕਿੱਦਾਂ ਟੈਸਟ ਕੀਤੇ ਜਾਣਗੇ ਉਹਦੇ ਬਾਰੇ? ਜਿਹੜੇ ਗਵਰਨਮੈਂਟ ਦੇ ਗਾਈਡਲਾਈਨਸ ਹੈ, ਲੇਕਿਨ ਜੇ ਕੋਈ ਪੋਜ਼ਿਟਿਵ ਪੇਸ਼ੈਂਟ ਤੁਹਾਡੇ ਕੋਲ ਨਿਕਲ ਆਉਂਦਾ ਹੈ ਤੇ ਉਹਦੀ ਜੀਨੋਮਿਕ ਸੀਕੁਐਂਸਿੰਗ ਕੀਤੀ ਜਾਏਗੀ। ਉਹ ਜਿਹੜੇ ਹੈਗੇ ਜੀਨੋਮਿਕ ਸੀਕੁਐਂਸਿੰਗ ਲਈ ਸਾਡਾ ਜਿਹੜਾ IDSP ਸੈਂਟਰ ਹੈਗਾ ਸਿਵਲ ਸਰਜਨ ਆਫਿਸ ਦੇ ਵਿੱਚ, ਉਹ ਜਿਹੜੇ ਹੈ ਸੈਂਪਲ ਨੂੰ ਭੇਜਦੇ ਨੇ ਤਾਂ ਕਿ ਦੇਖਿਆ ਜਾਵੇ ਕਿ ਇਹ ਵਿਦੇਸ਼ਾਂ ਵਾਲਾ ਹੀ ਸਟ੍ਰੇਨ ਹੈ ਕਿ ਪੁਰਾਣਾ ਵਾਲਾ ਸਟ੍ਰੇਨ ਹੈ ਤੇ ਉਹੋ ਜਿਹਾ ਨੈਸੈਸਰੀ ਐਕਸ਼ਨ ਲਿੱਤਾ ਜਾਵੇ। ਇਸੇ ਤਰ੍ਹਾਂ ਫਰੀਦਕੋਟ ਵਿੱਚ ਵੀ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਵਿੱਚ ਮੌਕ ਡਰਿਲ ਕਰਕੇ ਹਸਪਤਾਲਾਂ ਅਤੇ ਸਿਹਤ ਵਿਭਾਗ ਕੋਲ ਮੌਜੂਦਾ ਸਾਧਨਾਂ ਦਾ ਜਾਇਜ਼ਾ ਲਿਆ ਗਿਆ। ਹਸਪਤਾਲ ਵਿੱਚ ਕਰੋਨਾ ਟੈਸਟ ਦਾ ਕੰਮ ਤੇਜ਼ ਕੀਤਾ ਗਿਆ ਹੈ। ਨਾਲ ਹੀ ICU ਬੈੱਡਾਂ ਤੋਂ ਇਲਾਵਾ ਆਕਸੀਜਨ ਵਾਲੇ ਬਿਸਤਰੇ ਵੀ ਰਾਖਵੇਂ ਹਨ। ਦੇਖੋ ਪ੍ਰਬੰਧ ਤਾਂ ਸਾਡੇ ਬੇਸਿਕ ਲੈਵਲ ਤੋਂ ਲੈ ਕੇ ਉੱਪਰਲੇ ਲੈਵਲ ਤੱਕ ਕਰ ਦਿੱਤੇ ਗਏ, ਕਿਉਂਕਿ ਸਾਨੂੰ ਜਿਸ ਹਿਸਾਬ ਨਾਲ ਸਰਕਾਰ ਦੀ ਡਾਇਰੈਕਸ਼ਨ ਆਈ ਹੈ ਅਸੀਂ ਹਰ ਤਰ੍ਹਾਂ ਦੇ ਪ੍ਰਬੰਧ ਕਰ ਲਏ ਹੋਏ ਹੈ, ਕਿਉਂਕਿ ਅਸੀਂ ਦੁਬਾਰਾ ਤੋਂ ਵੈਕਸੀਨੇਸ਼ਨ ਡਰਾਈਵ ਸ਼ੁਰੂ ਕਰ ਦਿੱਤੀ ਹੈ। ਸਰਕਾਰ ਤੋਂ ਦੁਬਾਰਾ ਵੈਕਸੀਨੇਸ਼ਨ ਦੀ ਡਿਮਾਂਡ ਆ ਗਈ, ਸਾਡੇ ਕੋਲੋਂ ਹੁਣ ਕਾਫੀ ਵੈਕਸੀਨੇਸ਼ਨ ਆ ਰਹੀ ਹੈ ਤੇ ਲੋਕਾਂ ਨੂੰ ਵੀ ਅਵੇਅਰ ਕਰ ਰਹੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕੀਤੀ ਹੈ ਲੋਕਾਂ ਨੂੰ ਇਹ ਗਾਈਡੈਂਸ ਦੇਣ ਦੀ ਵੀ ਤੁਸੀਂ ਬੇਸਿਕ ਆਪਣੇ ਜਿਹੜੇ ਐਟੀਕੇਟਸ ਹੈ, ਬੇਸਿਕ ਚੀਜ਼ਾਂ ਵੱਲ ਧਿਆਨ ਦਿਓ। ਚੰਗੀ ਤਰ੍ਹਾਂ ਹੈਂਡ ਵਾਸ਼ ਕਰੋ, ਸੋਸ਼ਲ ਡਿਸਟੈਂਸ ਰੱਖੋ, ਇੱਕ ਦੂਜੇ ਨਾਲ ਮਤਲਬ ਦੂਰ ਤੋਂ ਮਿਲੋ, ਗਲੇ ਲੱਗ ਕੇ ਨਾ ਮਿਲੋ, ਮਾਸਕ ਪਹਿਨੋ। ਬਸ ਜਿਹੜੀ ਛੋਟੀ ਛੋਟੀਆਂ ਚੀਜ਼ਾਂ ਵਾ, ਹੱਥ ਚੰਗੀ ਤਰ੍ਹਾਂ ਧੋਵੋ,
ਤੇ ਜੇ ਖਾਂਸੀ ਆਉਂਦੀ ਆ ਤੇ ਹੱਥ ਤੇ ਨਾ ਖਾਂਸੀ ਕਰੋ, ਕੋਹਨੀ ਤੇ ਕਰੋ ਹੱਥ, ਤਾਂ ਕਿ ਅੱਗੇ ਟੱਚ ਨਾ ਹੋਵੇ। ਇਹ ਚੀਜ਼ਾਂ ਦਾ ਸ਼ੁਰੂਆਤ ਕਰਕੇ ਫਿਰ ਵੈਕਸੀਨੇਸ਼ਨ ਲੈਵਲ ਦਾ ਸਾਡਾ ਹੈ, ਫਿਰ ਸੈਂਪਲਿੰਗ ਦਾ ਨਾਲ ਹੀ ਹੈ। ਸੈਂਪਲਿੰਗ ਦੀ ਵੀ ਸਾਡੀ ਪੂਰੀ ਟੀਮ ਰੈਡੀ ਹੋ ਗਈ ਹੈ। ਮਤਲਬ ਜਿੱਦਾਂ ਸਾਡੀ ਰੈਪਿਡ ਰਿਸਪੌਂਸ ਟੀਮ ਸੀਗੀਆਂ, ਉੱਦਾਂ ਅਸੀਂ ਸਾਰਾ ਦੁਬਾਰਾ ਹਰ ਕਿਸੇ ਦੀ ਡਿਊਟੀ ਲਗਾ ਦਿੱਤੀ ਹੈ। ਈਵਨ ਅਸੀਂ ਆਪਣਾ ਉਹ ਕਾਲ ਸੈਂਟਰ ਵੀ ਰੈਡੀ ਕਰ ਦਿੱਤਾ ਹੈ, ਜਿੱਥੇ ਕੋਈ ਵੀ ਐਮਰਜੈਂਸੀ ਹੋਵੇ ਤੁਸੀਂ ਕਾਲ ਕਰ ਸਕਦੇ ਹੋ। ਤੇ ਦੂਸਰਾ ਹੈ ਫਿਰ ਅਸੀਂ ਬੈੱਡਸ ਵਗੈਰਾ ਰੈਡੀ ਕਰ ਲਏ, ਤੇ ਕੋਈ ਪੇਸ਼ੈਂਟ ਆਏਗਾ ਅਸੀਂ ਪੂਰੇ ਪ੍ਰਿਪੇਅਰਡ ਹਾਂ। ਸਾਡੇ ਹਰ ਤਰ੍ਹਾਂ ਦੇ ਬੈੱਡਸ ਵਗੈਰਾ ਰੈਡੀ ਹੈ, ਮੈਡੀਕਲ ਕਾਲਜ ਨਾਲ ਟਾਈ ਅਪ ਹੈ ਸਾਡਾ। ਫਿਰ ਨੈਕਸਟ ਡਿਮਾਂਡ ਆ ਜਾਂਦੀ ਆਕਸੀਜਨ ਦੀ, ਤੇ ਆਕਸੀਜਨ ਲਈ ਸਾਡੇ ਕੋਲੋਂ ਪੂਰਾ ਅਰੇਂਜਮੈਂਟ ਹੈ, ਸਿਲੰਡਰਸ ਵਗੈਰਾ, ਆਕਸੀਜਨ ਕਨਸੈਂਟਰੇਟਰ। ਫਿਰ ਅਲਟੀਮੇਟਲੀ LMO ਸਾਡੇ ਕੋਲ ਹੈ, ਇੱਥੇ ਵਰਕਿੰਗ ਹੈ, ਇੱਕ LMO ਇੱਥੇ ਵਰਕਿੰਗ ਹੈ, ਸਾਡਾ PSA ਵਰਕਿੰਗ ਹੈ ਕੋਟਕਪੂਰਾ, ਇੱਕ ਹਾਂਜੀ ਇੱਕ ਮੈਡੀਕਲ ਕਾਲਜ ਵਰਕਿੰਗ ਹੈ PSA। ਸੋ ਫਿਲਹਾਲ ਸਾਨੂੰ ਕੋਈ ਲੱਗਦਾ ਨਹੀਂ ਕਿ ਸਾਨੂੰ ਕੋਈ ਦਿੱਕਤ ਆਏਗੀ, ਸਾਡੇ ਵੱਲੋਂ ਪੂਰੇ ਅਰੇਂਜਮੈਂਟ ਰੈਡੀ ਹਨ। ਇਸੇ ਤਰ੍ਹਾਂ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਵੀ ਇਹ ਮੌਕ ਡਰਿਲ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਜਲੰਧਰ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਰਾਜੀਵ ਸ਼ਰਮਾ ਦਾ ਕਹਿਣਾ ਹੈ ਕਿ ਜਿਵੇਂ ਕਿ ਸਾਰੇ ਜਾਣਦੇ ਹਨ ਕਿ ਕੋਵਿਡ ਨੂੰ ਲੈ ਕੇ ਪੂਰੇ ਭਾਰਤ ਵਿੱਚ ਲਹਿਰ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜਿਸ ਦੇ ਚੱਲਦਿਆਂ ਅਸੀਂ ਨੋਡਲ ਅਫਸਰ ਵੀ ਲਗਾ ਦਿੱਤੇ ਹਨ। बिल्कुल, क्योंकि अगर आप देखें एक नया वेरिएंट कोविड का जो है वो पाया गया है चाइना में और कुछ और हांगकांग इन कंट्रीज़ में पाया गया है। उसको देखते हुए भारतवर्ष में और हमारे पंजाब में इसके प्रति हम पूरी तरह से तैयारी करके बैठे हैं। उसी के संदर्भ में हमने कुछ तैयारियां की है, जिसको मॉक ड्रिल के नाम से हम कह सकते हैं। देखिए, ये नहीं किसी को पता कि ये यहाँ वेव आनी है या नहीं आनी है, क्योंकि पुरानी कहावत है सेफ्टी फर्स्ट, प्रिवेंशन इज़ बेटर देन क्योर। क्योंकि अगर हम तैयार बैठे हैं तो डेफिनेटली है, अगर कोई प्रॉब्लम आ भी जाती है तो वी आर फुली प्रिपेयर्ड। और आपके माध्यम से मैं अपने सभी सुनने वालों को यही कहूँगा कि पंजाब सरकार की तरफ से सिविल अस्पताल जलंधर में कोविड के नए वेरिएंट को देखते हुए पूरे प्रबंध कर लिए गए हैं। क्योंकि अगर आप पिछले भी देखें तो पिछली बार भी पंजाब सरकार की तरफ से, भारत सरकार की तरफ से जो भी दिशा निर्देश दिए गए थे, सिविल अस्पताल जलंधर में पूरी तरह से पालन करते हुए हमने लोगों की सेवा की हुई है और हमारा स्टाफ इसके लिए पूरी तरह तैयार है। अगर सिविल हॉस्पिटल की बात की जाए तो कैसी तैयारियां की गई हैं, कितने जो रूम बनाए गए हैं और कैसी ऑक्सीजन प्लांट की कैसी तैयारी है? देखिए, सबसे पहले तो ये है कि हमने अपने स्टाफ के साथ मीटिंग्स करके नोडल ऑफिसर नियुक्त कर दिए हैं। इन केस कोई प्रॉब्लम होती है तो किसने किसको कांटेक्ट करना है। डॉक्टर संदीप हैं, डॉक्टर सुरजीत मेडिकल स्पेशलिस्ट हैं, डॉक्टर संदीप हैं जो एनेस्थीसिया के हैं, वो देख रहे हैं अपना ऑक्सीजन और अपने वेंटिलेटर का। सबसे पहले तो ये है, अगर पेशेंट आता है तो उसको क्या करना है, ट्रायज में देखते हैं कि उसको किस तरफ, किस डायरेक्शन में जाना है। उसके संदर्भ में हमने बेड आइडेंटिफाई कर ली है। 384 बेड टोटल आइडेंटिफाई किए हुए हैं। 314 बेड इसमें सिंपल केसेस, L2 केसेस, जिसमें ऑक्सीजन सपोर्ट के साथ हम तैयार हैं। इन केस जैसे अगर आप पिछला भी हिस्ट्री देखिए, जो पिछले पेशेंट्स भी देखिए, तो बहुत सारे केसेस हैं जिनको सिंपली ऑक्सीजन की ही ज़रूरत होती है और ज़्यादा ज़रूरत नहीं होती है। और अगर पेशेंट कोई सीरियस होता है तो उसके लिए उचित प्रबंध कर लिए गए हैं। 56 बेड जो है हमारे बिल्कुल तैयार है फॉर L3 फैसिलिटी। L3 फैसिलिटी होती है जिसमें पेशेंट थोड़ा सीरियस होता है, उसमें हाई फ्लो ऑक्सीजन चाहिए और वेंटिलेटर्स की सुविधा चाहिए। हमारे पास 32 वेंटिलेटर्स पूरी तरह से तैयार हैं, जिसके लिए अगर ज़रूरत पड़ती है तो पेशेंट उनके ऊपर शिफ्ट किया जा सकता है। और 14 नए बेड जो हैं, नया वार्ड हम इसके साथ जोड़ रहे हैं। वो जनवरी में 1 जनवरी से हम उसको साथ में मानयोग डिप्टी कमिश्नर जी के दिशा निर्देश अनुसार उसको भी हम उसको साथ जोड़ लेंगे। और 70 बेड फैसिलिटी हमारे लिए तैयार है और इसके लिए किसी को भी चिंता की ज़रूरत नहीं है। इसको अगर देखें तो जैसे आपको अगर याद हो तो पिछली वेव्स में ऑक्सीजन की प्रॉब्लम्स थी, उसके लिए भी हमारे पास उचित प्रबंध है। हमारे पास 2 ऑक्सीजन के प्लांट चल रहे हैं, एक 1000 लीटर पर मिनट का है, दूसरा 700 लीटर पर मिनट का। ये प्लांट्स हमारे रेगुलर चल रहे हैं।